ਪਿਆਰੇ ਵਿਦਿਆਰਥੀਓ, ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਇਤਿਹਾਸ ਦੇ ਪਹਿਲੇ ਪਾਠ ਦੀ, ਜਿਸ ਵਿੱਚ ਆਪਾਂ ਪੰਜਾਬ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ, ਪੰਜਾਬ ਦੇ ਨਾਮ ਵਿੱਚ ਵੱਖ-ਵੱਖ ਸਮੇਂ ਵਿੱਚ ਆਏ ਪਰਿਵਰਤਨਾਂ ਅਤੇ ਸੀਮਾਵਾਂ ਦੇ ਵਿੱਚ ਵੱਖ-ਵੱਖ ਪਰਿਵਰਤਨਾਂ ਦੀ ਗੱਲ ਕੀਤੀ ਸੀ। ਅੱਜ ਦੀ ਇਹ ਵੀਡੀਓ ਇਤਿਹਾਸ ਦੇ ਪਹਿਲੇ ਪਾਠ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਤਿਹਾਸ ਦੇ ਪ੍ਰਭਾਵ ਦੀ ਲਗਾਤਾਰਤਾ ਵਿੱਚ ਹੀ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੀ ਤੇ ਇਹ ਵੀ ਕਿ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਇਸ ਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ। ਆਓ ਸ਼ੁਰੂ ਕਰੀਏ। ਗੱਲ करते हैं पंजाब ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੀ। ਪੰਜਾਬ ਦੇ ਉੱਤਰ ਵਿੱਚ ਹਿਮਾਲਿਆ, ਦੱਖਣ ਵਿੱਚ ਰਾਜਸਥਾਨ, ਪੂਰਬ ਵਿੱਚ ਯਮੁਨਾ ਨਦੀ ਅਤੇ ਪੱਛਮ ਵਿੱਚ ਸੁਲੇਮਾਨ ਅਤੇ ਕਿਥਾਰ ਦੀਆਂ ਪਹਾੜੀਆਂ ਹਨ। ਸੋ ਇਹਨਾਂ ਚੀਜ਼ਾਂ ਨੇ ਪੰਜਾਬ ਨੂੰ ਚਾਰੋਂ ਤਰਫ ਤੋਂ ਘੇਰਿਆ ਹੋਇਆ ਹੈ। ਬੱਚੇ, ਹੁਣ ਗੱਲ ਕਰਾਂਗੇ ਵੰਡ ਦੀ। ਭੂਗੋਲਿਕ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਆਪਾਂ ਪੰਜਾਬ ਦੇ ਜਿਹੜਾ ਭੂਗੋਲ ਹੈ, ਭੂਗੋਲਿਕ ਖੇਤਰ ਹੈ, ਉਸ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਹੈ ਹਿਮਾਲਿਆ ਤੇ ਉੱਤਰ ਪੱਛਮੀ ਪਹਾੜੀਆਂ, ਦੂਜਾ ਹੈ ਉਪ ਪਹਾੜੀ ਖੇਤਰ ਅਤੇ ਤੀਜਾ ਹੈ ਮੈਦਾਨੀ ਖੇਤਰ। ਸਭ ਤੋਂ ਪਹਿਲੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਹਿਮਾਲਿਆ ਤੇ ਉੱਤਰ ਪੱਛਮੀ ਪਹਾੜੀਆਂ ਬਾਰੇ। ਹਿਮਾਲਿਆ ਦੀਆਂ ਇਹ ਉੱਤਰ ਪੱਛਮੀ ਪਹਾੜੀਆਂ ਦੀ ਚੌੜਾਈ 250 ਕਿਲੋਮੀਟਰ ਤੱਕ ਦੀ ਹੈ। ਉੱਤਰ ਵਿੱਚ ਇਹ ਪਹਾੜੀਆਂ ਨੇ ਜਿਹੜੀਆਂ, ਇਹਨਾਂ ਨੇ ਹਮੇਸ਼ਾ ਤੋਂ ਹੀ, ਸ਼ੁਰੂ ਤੋਂ ਹੀ, ਇਤਿਹਾਸ ਦੇ ਸਮੇਂ ਤੋਂ ਹੀ ਜਿਹੜਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਦੀਵਾਰ ਦਾ ਕੰਮ ਕੀਤਾ ਹੈ। ਪੁਰਾਤਨ ਸਮੇਂ ਵਿੱਚ ਜਦੋਂ ਵਿਦੇਸ਼ੀ ਹਮਲਾਵਰ ਜਿਹੜੇ ਸੀ ਉਹ ਯੋਜਨਾ ਬਣਾਉਂਦੇ ਸੀਗੇ ਪੰਜਾਬ ਦੇ ਵਿੱਚ ਆਉਣ ਦੀ, ਤਾਂ ਉਹ ਇੱਕ ਵਾਰ ਤਾਂ ਹਿਮਾਲਿਆ ਦੀਆਂ ਪਹਾੜੀਆਂ ਦੇ ਵਜ੍ਹਾ ਦੇ ਨਾਲ ਉਹਨਾਂ ਨੂੰ ਸੋਚ ਸਮਝ ਕੇ ਆਉਣਾ ਪੈਂਦਾ ਸੀ, ਕਿਉਂਕਿ ਇਹ ਦੀਵਾਰ ਵਾਂਗੂ ਹਮੇਸ਼ਾ ਪੰਜਾਬ ਦੀ ਸੁਰੱਖਿਆ ਲਈ ਖੜੀਆਂ ਹੋਈਆਂ ਨੇ। ਬੱਚਿਓ, ਇਹਨਾਂ ਪਹਾੜੀਆਂ ਨੂੰ ਵੀ ਆਪਾਂ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ: ਮਹਾਨ ਹਿਮਾਲਿਆ, ਮੱਧ ਹਿਮਾਲਿਆ ਅਤੇ ਬਾਹਰੀ ਹਿਮਾਲਿਆ। ਮਹਾਨ ਹਿਮਾਲਿਆ ਦਾ ਜਿਹੜਾ ਖੇਤਰ ਹੈ ਉਹ ਨੇਪਾਲ ਤੇ ਤਿੱਬਤ ਵੱਲ ਜ਼ਿਆਦਾ ਫੈਲਿਆ ਹੋਇਆ ਹੈ। ਆਪਣੇ ਭਾਰਤ ਨੂੰ ਇਸ ਦਾ ਹਿੱਸਾ ਥੋੜਾ ਘੱਟ ਪ੍ਰਾਪਤ ਹੁੰਦਾ ਹੈ। ਇਸ ਦੀ ਉਚਾਈ ਜਿਹੜੀ ਹੈ ਉਹ 585 ਮੀਟਰ ਤੋਂ ਲੈ ਕੇ 718 ਮੀਟਰ ਤੱਕ ਦੀ ਹੁੰਦੀ ਹੈ। ਇਹ ਲਾਹੌਲ, ਸਪੀਤੀ ਤੇ ਕਾਂਗੜਾ ਨੂੰ ਕਸ਼ਮੀਰ ਤੋਂ ਅਲੱਗ ਕਰਦਾ ਹੈ। ਕੁੱਲੂ, ਰੋਹਤਾਂਗ ਵਰਗੀਆਂ ਮਸ਼ਹੂਰ ਜਿਹੜੇ ਸੈਲਾਨੀ ਵਰਤਕ ਜਿਹੜੇ ਇਲਾਕੇ ਹੈਗੇ ਨੇ, ਉਹ ਵੀ ਇਹਨਾਂ ਦੇ ਅੰਡਰ ਹੀ ਆਉਂਦੇ ਨੇ। ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਮੱਧ ਹਿਮਾਲਿਆ ਦੀ। ਮੱਧ ਹਿਮਾਲਿਆ ਦਾ ਖੇਤਰ ਜਿਹੜਾ ਹੈ ਰੋਹਤਾਂਗ ਤੋਂ ਲੈ ਕੇ ਚੰਬਾ ਤੱਕ ਫੈਲਿਆ ਹੋਇਆ ਹੈ। ਇਸ ਦੀ ਉਚਾਈ 2155 ਮੀਟਰ ਤੱਕ ਦੀ ਹੋ ਸਕਦੀ ਹੈ। ਫਿਰ ਹੈ ਬਾਹਰੀ ਹਿਮਾਲਿਆ। ਬਾਹਰੀ ਹਿਮਾਲਿਆ ਦੀਆਂ ਪਹਾੜੀਆਂ ਧਰਮਸ਼ਾਲਾ, ਕਸ਼ਮੀਰ, ਗੁਜਰਾਤ ਆਦਿ ਖੇਤਰਾਂ ਵਿੱਚ ਫੈਲੀਆਂ ਹੋਈਆਂ ਨੇ। ਇਹਨਾਂ ਦੀ ਉਚਾਈ 923 ਮੀਟਰ ਤੱਕ ਦੀ ਹੋ ਸਕਦੀ ਹੈ। ਇਹਨਾਂ ਨੂੰ ਧੌਲਾਧਾਰ ਪਹਾੜੀਆਂ ਵੀ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਇਹ ਇੱਕ ਦੂਰ ਤੋਂ ਧੌਲੇ ਵਰਗੀਆਂ ਪ੍ਰਤੀਤ ਹੁੰਦੀਆਂ ਹਨ। ਇਹ ਤਾਂ ਸੀ ਇਹਨਾਂ ਦੀ ਉਚਾਈ ਦੇ ਆਧਾਰ ਤੇ ਵੰਡ। ਹੁਣ ਆਪਾਂ ਗੱਲ ਕਰਾਂਗੇ ਹਿਮਾਲਿਆ ਦੇ ਲਾਭ ਦੀ। ਹਿਮਾਲਿਆ ਦੀਆਂ ਪਹਾੜੀਆਂ ਨੇ ਕਾਫੀ ਸਾਰੇ ਲਾਭ ਨੇ ਜਿਹੜੇ ਉਹ ਪੰਜਾਬ ਨੂੰ, ਸਿਰਫ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਭਾਰਤ ਨੂੰ ਦਿੱਤੇ ਨੇ। ਆਓ ਉਹਨਾਂ ਦੀ ਗੱਲ ਕਰੀਏ। ਕਿਉਂਕਿ ਇਹ ਹਿਮਾਲਿਆ ਦੀਆਂ ਜਿਹੜੀਆਂ ਪਹਾੜੀਆਂ ਨੇ ਮੈਦਾਨਾਂ ਦੇ ਇਲਾਕੇ ਦੇ ਨਾਲ ਲੱਗਦੀਆਂ ਨੇ, ਤਾਂ ਇਹ ਸਾਰਾ, ਇਹਨਾਂ ਦੇ ਵਿੱਚ ਜਿਹੜੇ ਦਰਿਆ ਵਹਿੰਦੇ ਨੇ ਉਹ ਸਾਰਾ ਸਾਲ ਵਹਿੰਦੇ ਰਹਿੰਦੇ ਨੇ ਤੇ ਮੈਦਾਨਾਂ ਨੂੰ ਪਾਣੀ ਪਹੁੰਚਾਉਣ ਦੇ ਕੰਮ ਕਰਦੇ ਨੇ। ਸੋ ਜੇ ਆਪਾਂ ਇਹ ਕਹੀਏ ਕਿ ਸਾਡੇ ਜਿਹੜੇ ਮੈਦਾਨ ਨੇ, ਉੱਤਰੀ ਮੈਦਾਨ ਨੇ, ਉਹਨਾਂ ਨੂੰ ਉਪਜਾਊ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਜਿਹੜਾ ਹੈ ਉਹ ਹਿਮਾਲਿਆ ਦਾ ਹੀ ਹੈ। ਇਸ ਤੋਂ ਇਲਾਵਾ ਜਿਵੇਂ ਆਪਾਂ ਪਹਿਲੇ ਹੀ ਗੱਲ ਕੀਤੀ ਹੈ, ਦੁਸ਼ਮਣਾਂ ਤੋਂ ਹਮੇਸ਼ਾ ਹੀ ਜਿਹੜੇ ਨੇ ਹਿਮਾਲਿਆ ਪਰਬਤ ਆਪਣੀ ਰੱਖਿਆ ਕਰਦੇ ਆਏ ਹਨ। ਇਹਨਾਂ ਪਹਾੜੀਆਂ ਦੇ ਵਿੱਚ ਸੰਘਣੇ ਜੰਗਲ, ਬਹੁਤ ਹੀ ਸੋਹਣੇ
ਸਿਹਤਵਰਧਕ ਜੰਗਲ ਵੀ ਨੇ ਜਿਹੜੇ ਕਿ ਵਰਖਾ ਲਿਆਉਣ ਦੇ ਵਿੱਚ ਵੀ ਸਾਰਾ ਸਾਲ ਸਾਡੀ ਮਦਦ ਕਰਦੇ ਨੇ। ਜਿਹੜੀਆਂ ਮਾਨਸੂਨ ਬੌਣਾਂ ਆ ਰਹੀਆਂ ਹੁੰਦੀਆਂ ਨੇ ਉੱਧਰ ਸਾਗਰਾਂ ਤੋਂ ਜਾਂ ਫਿਰ ਦੂਸਰੀ ਤਰਫ ਤੋਂ, ਉਹਨਾਂ ਨੂੰ ਵੀ ਇਹ ਰੋਕ ਕੇ ਆਪਣੇ ਇੱਥੇ ਵਰਖਾ ਕਰਨ ਦੇ ਵਿੱਚ ਮਦਦ ਕਰਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਹਲੇ ਤੱਕ ਜ਼ਿਆਦਾ ਖੁਸ਼ਕ ਤੇ ਠੰਡਾ ਇਲਾਕਾ ਨਹੀਂ ਹੈ। ਜੇ ਪੰਜਾਬ ਜ਼ਿਆਦਾ ਖੁਸ਼ਕ ਅਤੇ ਠੰਡੇ ਹੋਣ ਤੋਂ ਬਚਿਆ ਹੈ ਤਾਂ ਉਹ ਵੀ ਹਿਮਾਲਿਆ ਪਰਬਤਾਂ ਦੀ ਸਦਕਾ ਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪਹਿਲੇ ਹੀ ਦੱਸ ਚੁੱਕੀ ਹਾਂ, ਜਿੰਨੇ ਵੀ ਹਿਲ ਸਟੇਸ਼ਨਸ ਨੇ, ਸਿਹਤਵਰਧਕ ਸਥਾਨ ਨੇ, ਜਿਵੇਂ ਰੋਹਤਾਂਗ, ਚੰਬਾ, ਸ਼ਿਮਲਾ, ਧਰਮਸ਼ਾਲਾ, ਕਸ਼ਮੀਰ, ਜੋ ਵੀ ਤੁਸੀਂ ਸੁਣੇ ਹੋਏ ਨੇ, ਉਹ ਸਭ ਇਹਨਾਂ ਹਿਮਾਲਿਆ ਪਹਾੜਾਂ ਦੇ ਵਿੱਚ ਸਥਿਤ ਨੇ। ਇਸ ਵਜ੍ਹਾ ਦੇ ਨਾਲ ਸੈਰ ਸਪਾਟੇ ਨੂੰ ਵੀ ਉਤਸ਼ਾਹ ਮਿਲਦਾ ਹੈ ਤੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਜਿਹੜਾ ਹੈ ਪਹਾੜੀਆਂ ਦੇ ਰਹੀਆਂ ਨੇ, ਤੇ ਵਪਾਰ ਵੀ ਕਾਫੀ ਹੱਦ ਤੱਕ ਇਹਨਾਂ ਕਰਕੇ ਉન્નਤ ਹੋਇਆ ਹੀ ਹੈ। ਤੇ ਇਸ ਤੋਂ ਇਲਾਵਾ ਬੇਟਾ ਇਹ ਕਈ ਤਰ੍ਹਾਂ ਦੇ ਦਰਖਤ, ਲੱਕੜੀ, ਦਵਾਈਆਂ, ਜੜੀਆਂ ਬੂਟੀਆਂ ਨੇ, ਉਹਦਾ ਆਪਾਂ ਨੂੰ ਐਸੀ ਅਮੋਲ ਵਸਤੂਆਂ ਨੇ ਉਹ ਪ੍ਰਦਾਨ ਕਰਦੇ ਹੀ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਉਪ ਪਹਾੜੀ ਖੇਤਰ ਦੀ। ਬੱਚੇ, ਜਿਹੜਾ ਉਪ ਪਹਾੜੀ ਖੇਤਰ ਹੈ ਇਹ ਹਿਮਾਲਿਆ ਪਰਬਤ ਦੇ ਨਾਲ ਨਾਲ ਦੱਖਣ ਵਿੱਚ ਲੱਗਦੇ ਸ਼ਿਵਾਲਕ ਤੇ ਕਸੌਲੀ ਦੀਆਂ ਪਹਾੜੀਆਂ ਨੂੰ ਕਵਰ ਕਰਦਾ ਹੈ। ਇਸ ਦੀ ਉਚਾਈ 308 ਮੀਟਰ ਤੋਂ ਲੈ ਕੇ 923 ਮੀਟਰ ਤੱਕ ਦੀ ਹੈ। ਇਸ ਦੇ ਵਿੱਚ ਜੇਹਲਮ ਦਾ ਪੂਰਬੀ ਇਲਾਕਾ, ਰੋਪੜ, ਅੰਬਾਲਾ, ਕਾਂਗੜੇ ਦੀਆਂ ਪਹਾੜੀਆਂ, ਹੁਸ਼ਿਆਰਪੁਰ, ਗੁਰਦਾਸਪੁਰ ਆਦਿ ਜ਼ਿਲ੍ਹੇ ਨੇ ਜਿਹੜੇ ਉਹ ਆ ਜਾਂਦੇ ਨੇ। ਇਹ ਜਿਹੜਾ ਇਲਾਕਾ ਹੈ ਇਹ ਉਪਜਾਊ ਹੈ। ਇੱਥੇ ਜ਼ਿਆਦਾ ਮੀਂਹ ਜਿਹੜਾ ਹੈਗਾ ਉਹ ਕਾਫੀ ਪੈਂਦਾ ਹੈ ਤੇ ਇਹ ਇੱਥੇ ਦੀ ਮਿੱਟੀ ਰੇਤਲੀ ਤੇ ਪਥਰੀਲੀ ਹੈ ਅਤੇ ਘੱਟ ਉਪਜਾਊ ਹੋਣ ਕਰਕੇ ਇੱਥੇ ਦੀ ਵਸੋਂ ਜਿਹੜੀ ਆ ਉਹ ਜ਼ਿਆਦਾ ਸੰਘਣੀ ਵੀ ਨਹੀਂ ਹੈ। ਸੋ ਜਿਹੜੀਆਂ ਮੁੱਖ ਫਸਲਾਂ ਨੇ ਜਿਹੜੀ ਇੱਥੇ ਉਗਾਈ ਜਾਂਦੀਆਂ ਨੇ ਉਹ ਨੇ ਮੱਕੀ, ਕਣਕ, ਚਾਵਲ ਆਦਿ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੈਦਾਨੀ ਖੇਤਰ ਦੀ। ਪੰਜਾਬ ਦੀ ਧਰਤੀ ਮੁੱਖ ਤੌਰ ਤੇ ਮੈਦਾਨੀ ਖੇਤਰਾਂ ਨੇ ਘੇਰੀ ਹੋਈ ਹੈ। ਇਹ ਮੈਦਾਨੀ ਖੇਤਰ ਜਿਹੜੇ ਹੈਗੇ ਨੇ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ। ਯਮੁਨਾ ਤੇ ਰਾਵੀ ਦੇ ਵਿਚਕਾਰ ਦਾ ਜਿਹੜਾ ਇਲਾਕਾ ਹੈ ਉਸ ਨੂੰ ਪੂਰਬੀ ਮੈਦਾਨ ਕਹਿ ਦਿੱਤਾ ਜਾਂਦਾ ਹੈ ਤੇ ਰਾਵੀ ਅਤੇ ਸਿੰਧ ਦੇ ਵਿਚਕਾਰ ਦੇ ਇਲਾਕੇ ਨੂੰ ਆਪਾਂ ਪੱਛਮੀ ਮੈਦਾਨ ਕਹਿ ਦਿੰਦੇ ਹਾਂ। ਬੱਚਿਓ, ਇਹਨਾਂ ਦੀ ਸਟੱਡੀ ਕਰਨ ਦੇ ਲਈ ਆਪਾਂ ਇਹਨਾਂ ਨੂੰ ਅੱਗੋਂ ਹੋਰ 5 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉਹ ਹਿੱਸਿਆਂ ਨੂੰ ਦੁਆਬੇ ਕਹਿ ਦਿੱਤਾ ਜਾਂਦਾ ਹੈ। ਅਕਬਰ ਦੇ ਸਮੇਂ ਤੋਂ ਹੀ ਪੰਜਾਬ ਦੀ ਆਸਾਨ ਜਿਹੇ ਤਰੀਕੇ ਨਾਲ ਵੰਡ ਕਰਨ ਦੇ ਲਈ ਕੀ ਕੀਤਾ ਗਿਆ, ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਇੱਕ ਅਲੱਗ ਖੇਤਰ ਵਜੋਂ ਪਹਿਚਾਣਿਆ ਗਿਆ ਤੇ ਉਹਨਾਂ ਨੂੰ ਦੁਆਬੇ ਦਾ ਨਾਮ ਦੇ ਦਿੱਤਾ ਗਿਆ। 5 ਮੁੱਖ ਦੁਆਬੇ ਨੇ ਜਿਹੜੇ ਉਹ ਪ੍ਰਸਿੱਧ ਨੇ: ਦੁਆਬਾ ਸਿੰਧ ਸਾਗਰ, ਦੁਆਬਾ ਚੱਜ, ਦੁਆਬਾ ਰਚਨਾ, ਦੁਆਬਾ ਬਾਰੀ ਅਤੇ ਦੁਆਬਾ ਬਿਸਤ। ਇਸ ਤੋਂ ਇਲਾਵਾ ਇੱਕ ਹੋਰ ਇਲਾਕਾ ਜਿਹੜਾ ਪ੍ਰਸਿੱਧ ਹੈ ਉਹ ਹੈ ਮਾਲਵਾ ਇਲਾਕਾ। ਆਓ ਇਹਨਾਂ ਬਾਰੇ ਗੱਲ ਕਰੀਏ ਕਿ ਇਹਨਾਂ ਦਾ ਨਾਮ ਕਿਵੇਂ ਪਿਆ। ਪਹਿਲਾ ਦੁਆਬਾ ਹੈ ਦੁਆਬਾ ਸਿੰਧ ਸਾਗਰ। ਇਹ ਇਲਾਕਾ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰ ਹੈ। ਇਹ ਇਲਾਕਾ ਕਾਫੀ ਜ਼ਿਆਦਾ ਉਪਜਾਊ ਨਹੀਂ ਹੈ। ਉਸ ਤੋਂ ਬਾਅਦ ਹੈ ਦੁਆਬਾ ਚੱਜ। ਚੱਜ ਦੁਆਬਾ ਦਾ ਜਿਹੜਾ ਨਾਮ ਹੈ ਉਹ ਕਿਉਂਕਿ ਇਹ ਇਲਾਕਾ ਚਿਨਾਬ ਤੇ ਜੇਹਲਮ ਦੇ ਵਿਚਲਾ ਇਲਾਕਾ ਹੈ ਤਾਂ ਚਿਨਾਬ ਦਾ ਚੱਚਾ ਤੇ ਜੇਹਲਮ ਦੇ ਜੱਜੇ ਤੋਂ ਇਹਦਾ ਨਾਮ ਚੱਜ ਪਿਆ ਹੋਇਆ ਹੈ। ਦੁਆਬਾ ਰਚਨਾ ਦੀ ਜੇ ਗੱਲ ਕਰੀਏ ਤਾਂ ਰਾਵੀ ਤੇ ਚਿਨਾਬ ਵਿਚਲਾ ਇਲਾਕਾ ਹੈ। ਰਾਵੀ ਦਾ ਰਾਰਾ ਅਤੇ ਚਿਨਾਬ ਦਾ ਚਨਾ ਤੋਂ ਇਸ ਦਾ ਮਿਲਾ ਕੇ ਨਾਮ ਜਿਹੜਾ ਹੈ ਉਹ ਰਚਨਾ ਪਿਆ ਹੋਇਆ ਹੈ। ਇਸ ਦੇ ਵਿੱਚ ਸਿਆਲਕੋਟ, ਗੁਜਰਾਵਾਲਾ, ਸ਼ੇਖੂਪੁਰਾ ਆਦਿ ਜਿਹੜੇ ਸ਼ਹਿਰ ਉਹ ਆਉਂਦੇ ਨੇ। ਦੁਆਬਾ ਬਾਰੀ ਬਿਆਸ ਅਤੇ ਰਾਵੀ ਵਿਚਲਾ ਇਲਾਕਾ ਹੈ। ਬਿਆਸ ਦਾ ਬਾਹ ਅਤੇ ਰਾਵੀ ਦਾ ਰੀ ਤੋਂ ਇਹ ਬਣਿਆ ਹੋਇਆ ਹੈ। ਇਹ ਜਿਹੜਾ ਇਲਾਕਾ ਹੈ ਇਹ ਕਾਫੀ ਉਪਜਾਊ ਹੈ ਔਰ ਇੱਥੇ ਦੇ ਪ੍ਰਸਿੱਧ ਸ਼ਹਿਰ ਨੇ ਲਾਹੌਰ ਅਤੇ ਅੰਮ੍ਰਿਤਸਰ। ਦੁਆਬਾ ਬਿਸਤ ਜਲੰਧਰ ਜਿਹੜਾ ਹੈ ਉਹ ਬਿਆਸ ਅਤੇ ਸਤਲੁਜ ਦੇ ਵਿਚਲਾ ਹੈ। ਬਿਆਸ ਦਾ 20 ਅਤੇ ਸਤਲੁਜ ਦਾ 7 ਤੋਂ ਮਿਲਾ ਕੇ ਇਹ ਬਿਸਤ ਦੁਆਬਾ ਬਣਿਆ ਹੈ ਔਰ ਇਹ ਇਲਾਕਾ ਵੀ ਕਾਫੀ ਉਪਜਾਊ ਹੈ। ਇਸ ਦੇ ਅੰਡਰ ਜਿਹੜੇ ਏਰੀਆਜ਼ ਆਉਂਦੇ ਨੇ ਉਹ ਨੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ।
ਇਹਨਾਂ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀ ਇੱਕ ਹੋਰ ਮਹੱਤਵਪੂਰਨ ਇਲਾਕਾ ਹੈ ਮਾਲਵਾ ਇਲਾਕਾ। ਇਹ ਘੱਗਰ ਅਤੇ ਸਤਲੁਜ ਦਰਿਆ ਦੇ ਵਿੱਚ ਵਾਲਾ ਇਲਾਕਾ ਹੈ। ਇਹਦੇ ਵਿੱਚ ਪਟਿਆਲਾ, ਲੁਧਿਆਣਾ, ਰੋਪੜ, ਸਰਹੰਦ, ਅੰਬਾਲਾ, ਫਿਰੋਜ਼ਪੁਰ, ਬਠਿੰਡਾ ਆਦਿ ਪ੍ਰਸਿੱਧ ਨਗਰ ਨੇ ਜਿਹੜੇ ਉਹ ਆਉਂਦੇ ਨੇ। ਇਹ ਇਲਾਕਾ ਵੀ ਕਾਫੀ ਉਪਜਾਊ ਹੈ। ਹੁਣ ਆਪਾਂ ਗੱਲ ਕਰਾਂਗੇ ਬੇਟਾ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਉਸਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ। ਪਹਿਲਾ ਹੈ ਇਹਦੇ ਅੰਦਰ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ। ਕਹਿੰਦੇ ਇਸ ਜਿਹੜੀ ਭੂਗੋਲਿਕ ਸਥਿਤੀ ਹੈ ਉਸਨੇ ਇਸ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਬਣਾ ਦਿੱਤਾ ਹੈ, ਕਿਉਂਕਿ ਪੰਜਾਬ ਦੇ ਉੱਤਰ ਪੱਛਮ ਵਿੱਚ ਹਿਮਾਲਿਆ ਪਰਬਤ ਨੇ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਉਹ ਇੱਕ ਦੀਵਾਰ ਦਾ ਕੰਮ ਕਰ ਰਹੇ ਨੇ, ਇਸ ਕਰਕੇ ਜਿਹੜੇ ਹਮਲਾਵਰ ਭਾਰਤ ਵਿੱਚ ਐਂਟਰ ਹੁੰਦੇ ਸੀ ਉਹ ਯੂਜੂਅਲੀ ਪੰਜਾਬ ਦੀ ਤਰਫ ਤੋਂ ਹੀ ਹੁੰਦੇ ਸੀ, ਕਿਉਂਕਿ ਇਹਦੇ ਅੰਦਰ ਇੱਕ ਦर्रा ਜਿਹੜਾ ਹੈ ਦर्रा ਖੈਬਰ ਜਿਹੜਾ ਸੀਗਾ ਉਹ ਆਉਣ ਜਾਣ ਲਈ ਇੱਕ ਵਧੀਆ ਰਸਤਾ ਸੀਗਾ, ਜਿਸ ਦੀ ਵਜ੍ਹਾ ਦੇ ਨਾਲ ਚਾਹੇ ਉਹ ਸਿਕੰਦਰ ਹੋਵੇ ਚਾਹੇ ਅਹਿਮਦ ਸ਼ਾਹ ਅਬਦਾਲੀ ਹੋਵੇ, ਉਸਨੇ ਅਗਰ ਪੰਜਾਬ ਨੂੰ ਜਿੱਤਣ ਬਾਰੇ ਜਾਂ ਭਾਰਤ ਨੂੰ ਉੱਤੇ ਕਬਜ਼ਾ ਕਰਨ ਬਾਰੇ ਸੋਚਿਆ ਤਾਂ ਉਹ ਇਸੀ ਰਸਤੇ ਦੇ ਥਰੂ ਸੀ ਜਿਹੜੇ ਉਹ ਐਂਟਰ ਹੋਏ। ਭਾਰਤ ਦੀ ਬਹੁਤ ਸਾਰੀਆਂ ਮਹੱਤਵਪੂਰਨ ਲੜਾਈਆਂ ਜਿਵੇਂ ਕਿ ਪਾਣੀਪਤ ਦੀਆਂ ਤਿੰਨੋਂ ਲੜਾਈਆਂ ਜਾਂ ਤਰਾਇਣ ਤਰਾਵੜੀ ਦੀਆਂ ਲੜਾਈਆਂ ਸੀ ਜਿਹੜੀਆਂ ਉਹ ਵੀ ਇਸ ਇਲਾਕੇ ਦੇ ਵਿੱਚ ਹੋਈਆਂ। ਸੋ ਇਸ ਕਰਕੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਣੀ ਭੂਗੋਲਿਕ ਸਥਿਤੀ ਦੀ ਵਜ੍ਹਾ ਦੇ ਨਾਲ ਪੰਜਾਬ ਨੂੰ ਆਮ ਤੌਰ ਤੇ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਵੀ ਹੋਣਾ ਪਿਆ। ਅੱਗੇ ਗੱਲ ਕਰਾਂਗੇ ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ। ਪੰਜਾਬ ਦੇ ਦਰਿਆਵਾਂ ਦਾ ਵੀ ਇਸ ਤੇ ਡੂੰਘਾ ਪ੍ਰਭਾਵ ਪਿਆ ਹੈ। ਇਹ ਦਰਿਆ ਲਗਭਗ ਸਾਰਾ ਸਾਲ ਵਹਿੰਦੇ ਨੇ ਤੇ ਸੂਬਿਆਂ ਦੇ ਵਿਚਕਾਰ ਸੀਮਾ ਦਾ ਕੰਮ ਵੀ ਕਰਦੇ ਨੇ, ਜਿਵੇਂ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਵੀ ਸੀਮਾ ਦਾ ਕੰਮ ਕਰ ਰਹੇ ਨੇ, ਔਰ ਇਹਨਾਂ ਨੇ ਹਮਲਾਵਰਾਂ ਨੂੰ ਰੋਕਣ ਦਾ ਵੀ ਕੰਮ ਕੀਤਾ ਹੋਇਆ ਅਤੇ ਪੰਜਾਬ ਨੂੰ ਫਾਇਦਾ ਵੀ ਦਿੰਦੇ ਨੇ। ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਖੇਤੀਬਾੜੀ ਦੇ ਲਈ, ਇਰੀਗੇਸ਼ਨ ਦੇ ਲਈ ਜਿਹੜੀ ਆ ਬਹੁਤ ਮਦਦ ਕਰਦੇ ਨੇ। ਅੱਗੇ ਹੈ ਬੇਟੇ ਪੰਜਾਬੀਆਂ ਦੇ ਸੁਭਾਅ ਤੇ ਕੀ ਪ੍ਰਭਾਵ ਪਿਆ। ਇਸ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਪੰਜਾਬੀ ਸੁਭਾਅ ਤੋਂ ਪੂਰੇ ਦੁਨੀਆ ਨੂੰ ਪਤਾ ਹੈ ਕਿ ਪੰਜਾਬੀ ਸੁਭਾਅ ਤੋਂ ਬਹੁਤ ਹੀ ਬਹਾਦਰ ਤੇ ਨਿਡਰ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਉਹ ਇਸ ਵਜ੍ਹਾ ਨਾਲ ਕਿਉਂਕਿ ਇਹਨਾਂ ਨੂੰ ਸ਼ੁਰੂ ਤੋਂ ਹੀ ਆਦਤ ਰਹੀ ਹੈ ਹਥਿਆਰਬੰਦ ਰਹਿਣ ਦੀ ਅਤੇ ਲੜਾਈ ਲਈ, ਯੁੱਧ ਲਈ ਤਿਆਰ ਰਹਿਣ ਦੀ, ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਤੇ ਅਲੱਗ-ਅਲੱਗ ਜਿਹੜੇ ਲੋਕ ਸੀਗੇ ਜਾਂ ਕਬੀਲੇ ਵਾਲੇ ਸੀ ਉਹ ਹਮਲੇ ਕਰਦੇ ਰਹੇ, ਜਿਸ ਵਜ੍ਹਾ ਨਾਲ ਹਮੇਸ਼ਾ ਲੜਾਈ ਲਈ ਤਿਆਰ ਰਹਿੰਦੇ ਸੀਗੇ। ਤਾਂ ਇਹਨਾਂ ਦਾ ਜਿਹੜਾ ਸੁਭਾਅ ਸੀ ਉਹ ਲੜਾਕੂ ਤੇ ਬਹਾਦਰੀ ਵਾਲਾ ਬਣ ਗਿਆ, ਜਿਸ ਵਜ੍ਹਾ ਨਾਲ ਇਹਨਾਂ ਨੂੰ ਅੱਜ ਵੀ ਸਭ ਤੋਂ ਬਹਾਦਰ ਕੌਮ ਦੇ ਨਾਮ ਨਾਲ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਅੱਗੇ ਬੇਟੇ ਆਖਿਰ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜ਼ਿਆਦਾਤਰ ਵਿਦੇਸ਼ੀ ਰਾਜਿਆਂ ਅਧੀਨ ਜਿਹੜਾ ਹੈ ਪੰਜਾਬੀਆਂ ਨੂੰ ਰਹਿਣਾ ਪਿਆ। ਪਤਾ ਹੀ ਅਗਰ ਵਿਦੇਸ਼ੀ ਹਮਲਾਵਰ ਆਉਣਗੇ ਤਾਂ ਉਹ ਬਾਰੀ-ਬਾਰੀ ਜਿਵੇਂ ਭਾਰਤ ਨੂੰ ਜਿੱਤਣ ਦੀ ਵਿਉਂਤ ਬਣਾਉਂਦੇ ਸੀ ਤੇ ਉਹਨਾਂ ਦਾ ਜਿਹੜਾ ਐਂਟਰੀ ਗੇਟ ਹੁੰਦਾ ਸੀ, ਪ੍ਰਵੇਸ਼ ਦੁਆਰ ਹੁੰਦਾ ਸੀ, ਉਹ ਪੰਜਾਬ ਹੀ ਹੁੰਦਾ ਸੀ, ਜਿਸ ਵਜ੍ਹਾ ਦੇ ਨਾਲ ਉਹਨਾਂ ਬਾਰੀ-ਬਾਰੀ ਅਲੱਗ-ਅਲੱਗ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਅਤੇ ਪੰਜਾਬ ਤੇ ਵੱਖ-ਵੱਖ ਸਮੇਂ ਦੇ ਉੱਪਰ ਰਾਜ ਕੀਤਾ। ਭੂਗੋਲਿਕ ਸਥਿਤੀ ਦੇ ਕਾਰਨ ਹੀ ਪੰਜਾਬ ਲਗਭਗ 150 ਵਰ੍ਹੇ ਲਈ ਗਜ਼ਰੀ ਰਾਜ ਦਾ ਭਾਗ ਵੀ ਰਿਹਾ। ਅਹਿਮਦ ਸ਼ਾਹ ਅਬਦਾਲੀ ਹੋਵੇ ਜਾਂ ਸ਼ਾਹ ਜਮਾਨ ਹੋਵੇ, ਇਹਨਾਂ ਨੇ ਆਪਣਾ ਪਿਤਰੀ ਹੱਕ ਜਮਾ ਕੇ ਇਸ ਨੂੰ ਕਦੇ ਅਫਗਾਨ ਦੇਸ਼ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਕਦੇ ਕਿਸੇ ਹੋਰ ਦੇ ਨਾਲ। ਸੋ ਆਖਰ ਇਹਦੀ ਭੂਗੋਲਿਕ ਸਥਿਤੀ ਕਰਕੇ ਇਸ ਨੂੰ ਵੱਖ-ਵੱਖ ਤੌਰ ਤੇ ਵਿਦੇਸ਼ੀ ਰਾਜਿਆਂ ਦੇ ਅਧੀਨ ਰਹਿਣਾ ਪਿਆ। ਹਾਂ, ਇੱਕ ਫਾਇਦਾ ਜ਼ਰੂਰ ਹੋਇਆ ਕਿ ਜਿਹੜੇ ਅੰਗਰੇਜ਼ ਸੀਗੇ, ਕਿਉਂਕਿ ਉਹਨਾਂ ਨੇ ਪੰਜਾਬ ਦੇ ਥਰੂ ਐਂਟਰੀ ਨਹੀਂ ਸੀ ਕੀਤੀ ਜਦੋਂ ਉਹਨਾਂ ਨੇ ਭਾਰਤ ਦੇ ਵਿੱਚ ਰਾਜ ਕੀਤਾ ਸੀ, ਤਾਂ ਇਸ ਵਜ੍ਹਾ ਦੇ ਨਾਲ ਸਭ ਤੋਂ ਆਖਿਰ ਦੇ ਵਿੱਚ ਜਿਹੜਾ ਰਾਜ ਸੀਗਾ ਉਹ ਅੰਗਰੇਜ਼ਾਂ ਨੂੰ ਉਹ ਪੰਜਾਬ ਦੇ ਵਿੱਚ ਕਰਨ ਨੂੰ ਮਿਲਿਆ। ਉਹ ਵੀ ਸਿਰਫ ਇਸ ਦੀ ਭੂਗੋਲਿਕ ਸਥਿਤੀ ਕਰਕੇ ਹੀ, ਕਿਉਂਕਿ ਆਪਣੇ ਉੱਤਰ ਵਿੱਚ ਸਥਿਤ ਹੈ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ, ਉਸ ਦੀ ਅਲੱਗ-ਅਲੱਗ ਸੀਮਾਵਾਂ ਅਤੇ ਨਾਮਾਂ ਦੇ ਵਿੱਚ ਜਿਹੜੀਆਂ ਭਿੰਨਤਾਵਾਂ ਨੇ ਤੇ ਇਹਨਾਂ ਦਾ ਕੀ ਇਤਿਹਾਸ ਤੇ ਪ੍ਰਭਾਵ ਪਿਆ, ਇਹਨਾਂ ਬਾਰੇ ਜ਼ਰੂਰ ਸਮਝ ਆਈ ਹੋਵੇਗੀ। ਉਮੀਦ ਕਰਦੀ ਹਾਂ ਕਿ ਮੇਰੀਆਂ ਅਗਲੀਆਂ ਵੀਡੀਓਜ਼ ਵੀ ਤੁਸੀਂ ਪਸੰਦ ਕਰਦੇ ਰਹੋਗੇ। ਸੁਣਨ ਲਈ ਧੰਨਵਾਦ।